Hello everyone, my name is Dr. Monica Pathak, Assistant Professor in Jagat Guru Nanak Dev, Punjab State Open University, Patiala. First Open University of Punjab. ਅੱਜ ਦੇ ਲੈਕਚਰ ਵਿੱਚ ਆਪਾਂ ਇਹ ਵਾਲੇ ਟੌਪਿਕਸ ਕਰਾਂਗੇ ਜਿਵੇਂ ਕਿ ਡਾਟਾਬੇਸ ਸਿਸਟਮ ਕੀ ਹੁੰਦਾ ਹੈ, ਡਾਟਾਬੇਸ ਸਿਸਟਮ ਦੇ ਕੰਪੋਨੈਂਟਸ ਕੀ ਹੁੰਦੇ ਹਨ, ਡਾਟਾਬੇਸ ਐਡਮਿਨਿਸਟ੍ਰੇਟਰ ਜਿਸ ਨੂੰ ਆਪਾਂ DBA ਵੀ ਕਹਿੰਦੇ ਆ ਕੌਣ ਹੁੰਦਾ ਹੈ, DBA ਦੀਆਂ ਰਿਸਪੌਂਸਿਬਿਲਿਟੀਜ਼ ਕੀ ਹੁੰਦੀਆਂ ਹਨ। ਹਾਂਜੀ, ਤਾਂ ਸਭ ਤੋਂ ਪਹਿਲਾ ਟੌਪਿਕ ਆਪਣਾ ਹੈ ਡਾਟਾਬੇਸ ਸਿਸਟਮ। Database system is an environment which incorporates all the components required to execute database operations. It includes software and hardware used in functioning of database. मतलब database system ਇੱਕ ਤਰ੍ਹਾਂ ਦਾ environment ਪ੍ਰਦਾਨ ਕਰਦਾ ਹੈ ਜਿਸ ਵਿੱਚ ਸਾਰੇ components ਮਿਲ ਕੇ database operations ਨੂੰ execute ਕਰਨ ਵਿੱਚ ਸਹਾਇਤਾ ਕਰਦੇ ਹਨ। ਕੰਪੋਨੈਂਟਸ ਹਾਰਡਵੇਅਰ ਵੀ ਹੋ ਸਕਦੇ ਹਨ, ਸੌਫਟਵੇਅਰ ਡਾਟਾ ਉਹ ਆਪਾਂ ਥੋੜਾ ਅੱਗੇ ਪੜਾਂਗੇ। ਜਿਹੜੇ ਵੀ ਸੌਫਟਵੇਅਰ ਅਤੇ ਹਾਰਡਵੇਅਰ ਹੁੰਦੇ ਹਨ ਉਹਨਾਂ ਨੂੰ ਆਪਾਂ ਕੰਪੋਨੈਂਟਸ ਵਿੱਚ ਹੀ ਕੰਸੀਡਰ ਕਰਦੇ ਹਾਂ। ਤੁਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਕਿ ਡਾਟਾਬੇਸ ਸਿਸਟਮ ਇੱਕ ਤਰ੍ਹਾਂ ਦਾ ਇਨਵਾਇਰਨਮੈਂਟ ਪ੍ਰੋਵਾਈਡ ਕਰਦਾ ਹੈ ਜਿਸ ਵਿੱਚ ਆਸਾਨੀ ਅਤੇ ਵਧੀਆ ਤਰੀਕੇ ਨਾਲ ਡਾਟਾ ਤੇ ਡਿਫਰੈਂਟ ਆਪਰੇਸ਼ਨਸ ਪਰਫਾਰਮ ਕੀਤੇ ਜਾ ਸਕਦੇ ਹਨ। Database system environment ਵਿੱਚ broadly 5 components consider ਕੀਤੇ ਜਾਂਦੇ ਹਨ ਜਿਵੇਂ ਕਿ data metadata, second ਹੈ software, third ਹੈ hardware, fourth ਹੈ users and fifth ਹੈ procedures। ਹਾਂਜੀ ਦੇਖੋ components ਨੂੰ ਆਪ ਕਿੱਦਾਂ ਕਨੈਕਟਡ ਨੇ ਆਪਸ ਦੇ ਵਿੱਚ। ਹਾਰਡਵੇਅਰ ਤੇ ਸੌਫਟਵੇਅਰ ਨੂੰ ਤੁਸੀਂ ਮਸ਼ੀਨ ਦੇ ਵਿੱਚ ਕਹਿ ਸਕਦੇ ਹੋ ਤੇ ਪ੍ਰੋਸੀਜਰ ਤੇ ਪੀਪਲ ਨੂੰ ਤੁਸੀਂ ਯੂਜ਼ਰ ਦੇ ਵਿੱਚ ਕਹਿ ਸਕਦੇ ਹੋ। ਯੂਜ਼ਰ ਤੇ ਮਸ਼ੀਨ ਮਤਲਬ ਯੂਜ਼ਰ ਡਾਟਾਬੇਸ ਨਾਲ ਕਿੱਦਾਂ ਕਨੈਕਟ ਕਰ ਰਿਹਾ ਹੈ, ਕਿਹੜੀ ਚੀਜ਼ ਉਹਨਾਂ ਨੂੰ ਆਪਸ ਵਿੱਚ ਜੋੜ ਰਹੀ ਹੈ, ਡਾਟਾ ਇੱਕ ਤਰ੍ਹਾਂ ਦਾ ਮੀਡੀਏਟਰ ਹੈ ਜੋ ਹਾਰਡਵੇਅਰ ਸੌਫਟਵੇਅਰ ਅਤੇ ਪ੍ਰੋਸੀਜਰ ਅਤੇ ਪੀਪਲ ਨੂੰ ਕੰਬਾਈਨ ਕਰਦਾ ਹੈ, ਜੋੜਦਾ ਹੈ। ਸਭ ਤੋਂ ਪਹਿਲਾਂ ਆਪਣੇ ਕੋਲ ਹੁਣ ਆ ਜਾਂਦਾ ਹੈ ਡਾਟਾ ਕੀ ਹੈ। ਡਾਟਾ ਰॉ ਫੈਕਟਸ ਅਤੇ ਫਿਗਰਸ ਹੁੰਦੇ ਹਨ। ਡਾਟਾ ਨੂੰ ਪ੍ਰੋਸੈਸ ਕਰਕੇ ਇਨਫੋਰਮੇਸ਼ਨ ਬਣਦੀ ਹੈ। ਡਾਟਾ ਨੂੰ ਆਪਾਂ ਲੈਕਚਰ 1 ਵਿੱਚ ਡਿਸਕਸ ਵੈਸੇ ਆਪਾਂ ਕਰ ਚੁੱਕੇ ਹਾਂ। ਡਾਟਾਬੇਸ ਵਿੱਚ ਡਾਟਾ ਨੂੰ ਸਟੋਰ ਕਰਦੇ ਹਾਂ। ਡਾਟਾਬੇਸ ਵਿੱਚ ਆਪਾਂ ਡਾਟਾ ਨੂੰ ਸਟੋਰ ਕਰਦੇ ਹਾਂ। ਡਾਟਾਬੇਸ ਵਿੱਚ ਡਾਟਾ ਨੂੰ ਇਸ ਤਰ੍ਹਾਂ ਸਟੋਰ ਕਰਦੇ ਹਾਂ ਕਿ ਡਾਟਾ ਨੂੰ ਸਾਰੇ ਈਜ਼ੀਲੀ ਸ਼ੇਅਰ ਜਾਂ ਯੂਜ਼ ਕਰ ਸਕਣ। ਆਪਾਂ ਇਹ ਗੱਲ ਲਿਖੀ ਹੈ, ਇਟ ਇਜ਼ ਡਿਜ਼ਾਈਨ ਟੂ ਸਟੋਰ ਡਾਟਾ in such a way so that it can easily shareable and is being integrated. Database ਵਿੱਚ metadata ਨੂੰ ਵੀ ਸਟੋਰ ਕਰਦੇ ਆ। ਹੁਣ metadata ਕੀ ਹੈ, ਪਹਿਲਾਂ ਤਾਂ ਸਮਝ ਲਓ metadata ਨੂੰ ਆਪਾਂ ਡਾਟਾ ਡਿਕਸ਼ਨਰੀ ਵੀ ਕਹਿੰਦੇ ਆ। metadata ਜਾਂ ਡਾਟਾ ਡਿਕਸ਼ਨਰੀ ਦਾ ਮਤਲਬ ਹੁੰਦਾ ਹੈ ਡਾਟਾ ਅਬਾਊਟ ਡਾਟਾ। ਇਸ ਦਾ ਮਤਲਬ ਹੈ ਕਿ ਜਿਹੜਾ ਡਾਟਾਬੇਸ ਵਿੱਚ ਆਪਾਂ ਸਟੋਰ ਕਰਦੇ ਹਾਂ ਉਸ ਡਾਟਾ ਨਾਲ ਰਿਲੇਟਡ ਸਾਰੀ ਇਨਫੋਰਮੇਸ਼ਨ ਵੀ ਆਪਾਂ ਡਾਟਾਬੇਸ ਵਿੱਚ ਸਟੋਰ ਕਰਦੇ ਹਾਂ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕੋਈ ਪਿਕਚਰ ਆਪਾਂ ਨੇ ਸੇਵ ਕੀਤੀ, ਹੁਣ ਪਿਕਚਰ ਤਾਂ ਸੇਵ ਕਰ ਦਿੱਤੀ, ਉਸ ਦਾ ਮੈਟਾ ਡਾਟਾ ਕੀ ਹੋਏਗਾ, ਮਤਲਬ ਉਸ ਨਾਲ ਰਿਲੇਟਡ ਡਾਟਾ ਕੀ ਹੋਏਗਾ, ਉਸ ਪਿਕਚਰ ਦਾ ਸਾਈਜ਼, ਫਾਰਮੈਟ ਮਤਲਬ JPG 'ਚ ਹੈ, PNG 'ਚ ਹੈ, ਕਿਸ ਦੇ ਵਿੱਚ ਹੈ, ਕਦੋਂ ਸੇਵ ਕੀਤੀ, ਇਹ ਸਾਰੀ ਇਨਫੋਰਮੇਸ਼ਨ ਵੀ ਨਾਲ ਸੇਵ ਹੁੰਦੀ ਹੈ ਤੇ ਇਹ ਸਾਰੀ ਇਨਫੋਰਮੇਸ਼ਨ ਨੂੰ ਆਪਾਂ ਮੈਟਾ ਡਾਟਾ ਬੋਲਦੇ ਆ। ਮਤਲਬ ਆਪਾਂ ਡਾਟਾ ਤੇ ਸੇਵ ਕਰਦੇ ਹਾਂ ਤੇ ਡਾਟਾ ਨਾਲ ਰਿਲੇਟਡ ਜਿੰਨੀ ਵੀ ਇਨਫੋਰਮੇਸ਼ਨ ਹੈ ਜਿਸ ਨੂੰ ਆਪਾਂ ਮੈਟਾ ਡਾਟਾ ਕਹਿੰਦੇ ਆ ਉਹ ਵੀ ਆਪਾਂ ਸੇਵ ਕਰਦੇ ਹਾਂ। ਸੈਕੰਡ ਆਪਣਾ ਕੰਪੋਨੈਂਟ ਸੀ ਸੌਫਟਵੇਅਰ ਜਿਸ ਨੂੰ ਆਪਾਂ ਐਕਚੁਅਲ 'ਚ ਆਪਾਂ DBMS ਕਹਿੰਦੇ ਆ। DBMS ਸੌਫਟਵੇਅਰ DBMS ਇੱਕੋ ਹੀ ਗੱਲ ਹੈ। All requests from users for access to database are handled by the DBMS. मैंने ਤੁਹਾਨੂੰ ਇੱਕ ਗੱਲ ਸਮਝਾਈ ਹੈ ਕਿ ਡਾਟਾਬੇਸ ਦੇ ਵਿੱਚ ਆਪਾਂ ਡਾਟਾ ਨੂੰ ਸੇਵ ਕਰਦੇ ਹਾਂ, ਠੀਕ ਹੈ, ਬਟ ਉਸ ਡਾਟਾਬੇਸ ਨੂੰ ਜਿਸ 'ਚ ਆਪਾਂ ਡਾਟਾ ਸੇਵ ਕੀਤਾ ਹੋਇਆ ਹੈ ਉਸ ਨੂੰ ਆਪਾਂ ਯੂਜ਼ ਕਿੱਦਾਂ ਕਰਾਂਗੇ, ਉਸ ਨੂੰ ਯੂਜ਼ ਕਰਨ ਲਈ ਆਪਾਂ DBMS ਦੀ ਵਰਤੋਂ ਕਰਦੇ ਹਾਂ। DBMS ਹੀ ਹੈ ਜੋ ਤੁਹਾਨੂੰ ਡਾਟਾਬੇਸ ਨਾਲ ਕਮਿਊਨੀਕੇਟ ਕਰਨ ਦੇ ਵਿੱਚ ਹੈਲਪ ਕਰਦਾ। ਆਹੀ ਆਪਾਂ ਲਿਖਿਆ ਹੈ DBMS allows the user to communicate with the database. The application program which are designed to handle database is called DBMS. ऐदा कह सकते हो कि database ਨੂੰ हैंडल ਕਰਨ ਲਈ ਆਪਾਂ DBMS ਬਣਾਉਣੇ ਆ। DBMS ਇੱਕ ਤਰ੍ਹਾਂ ਦਾ ਸੌਫਟਵੇਅਰ ਹੈ, ਉਹੀ database ਨਾਲ ਕਮਿਊਨੀਕੇਟ ਕਰਨ ਦੇ ਵਿੱਚ ਸਾਡੀ
मतलब यह यूजर की सहायता करता है। DBMS is responsible for smooth work with database and acts as interface. It provides method to handle data like insertion data, retrieving data, deleting, updating, changing structure of data, etc. मतलब जे आप डाटाबेस ਦੇ ਵਿੱਚ ਕੋਈ ਡਾਟਾ ਇਨਸਰਟ ਕਰਨਾ ਚਾਹੁੰਦੇ ਆ, ਡਿਲੀਟ ਕਰਨਾ ਚਾਹੁੰਦੇ ਆ, ਅਪਡੇਟ ਕਰਨਾ ਚਾਹੁੰਦੇ ਆ ਜਾਂ ਕੁਝ ਵੀ ਆਪਾਂ ਹੋਰ ਕੰਮ ਕਰਨਾ ਚਾਹੁੰਦੇ ਆ, ਉਸ ਚੀਜ਼ ਲਈ ਉਹ ਚੀਜ਼ ਕਰਨ ਲਈ ਸਾਨੂੰ DBMS ਦੀ ਲੋੜ ਪੈਂਦੀ ਹੈ। It is also categorized into two components: software to process queries, software to assess stored data. Software to process queries ਦਾ ਮਤਲਬ ਆਪਾਂ ਇੱਕ ਤਰ੍ਹਾਂ ਦਾ ਇੰਟਰਫੇਸ ਪ੍ਰੋਵਾਈਡ ਕਰਦਾ ਹੈ ਜਿਹਦੇ ਨਾਲ ਯੂਜ਼ਰ ਡਾਟਾਬੇਸ ਨਾਲ ਇੰਟਰੈਕਟ ਕਰਦਾ ਹੈ, ਕੁਐਰੀਜ਼ ਲਗਾਉਂਦਾ ਹੈ ਤੇ ਆਪਣਾ ਆਨਸਰ ਲੈਂਦਾ ਹੈ। ਸੈਕਿੰਡ ਹੁੰਦਾ ਹੈ ਸੌਫਟਵੇਅਰ ਟੂ ਅਸੈਸ ਡਾਟਾ ਐਕਟਸ ਐਜ਼ ਇੰਟਰਫੇਸ ਵਿਦ ਫਿਜ਼ੀਕਲ ਡਾਟਾਬੇਸ। ਇੱਕ ਤਾਂ ਆਪਾਂ ਡਾਟਾਬੇਸ ਜੋ ਸਟੋਰਡ ਹੈ ਉਹਦੇ ਨਾਲ ਇੰਟਰੈਕਟ ਕਰ ਰਹੇ ਹਾਂ, ਜਾਂ ਇੱਕ ਆਪਾਂ ਡਾਟਾਬੇਸ ਸਟੋਰਡ ਜਿਹੜਾ ਹੈ ਉਹਦੇ ਉੱਤੇ ਆਪਾਂ ਕੁਐਰੀਜ਼ ਲਗਾ ਰਹੇ ਹਾਂ। ਠੀਕ ਹੈ ਜੀ, ਤਾਂ ਇਹ ਪਿਛਲਾ ਆਪਾਂ ਕੀਤਾ ਸੀ ਡਾਟਾ, ਫਰਸਟ ਕੰਪੋਨੈਂਟ ਸੀਗਾ। ਸੈਕਿੰਡ ਹੈ ਸੌਫਟਵੇਅਰ, ਥਰਡ ਆ ਜਾਂਦਾ ਹੈ ਹਾਰਡਵੇਅਰ। The hardware component includes actual computer hardware used for keeping and assessing the database. ਉਹ ਇੱਕ ਹਾਰਡਵੇਅਰ ਜਿਹਦੇ ਆਪਾਂ ਡਾਟਾਬੇਸ ਨੂੰ ਅਸੈਸ ਕਰਨ ਲਈ ਲੋੜ ਆਪਾਂ ਮਤਲਬ ਆਪਾਂ ਯੂਜ਼ ਕਰਦੇ ਹਾਂ। To store data, the secondary storage devices are used such as magnetic disk, CD, DVD, input and output devices, keyboard, mouse, scanner, monitor, જે ਚੀਜ਼ ਆਪਾਂ ਯੂਜ਼ ਕਰਦੇ ਹਾਂ ਇਹ ਸਾਰੀਆਂ ਸਾਡੇ ਹਾਰਡਵੇਅਰ ਦੇ ਵਿੱਚ ਕੰਸੀਡਰ ਹੋ ਜਾਂਦੀਆਂ ਨੇ। ਨੈਕਸਟ ਆਉਂਦਾ ਯੈਸ ਯੂਜ਼ਰ ਮਤਲਬ ਪੀਪਲ ਜਿਹੜੇ ਉਸ ਡਾਟਾਬੇਸ ਜਾਂ ਡਾਟਾਬੇਸ ਨਾਲ ਇੰਟਰੈਕਟ ਕਰਦੇ ਹਨ। The users are person who is using the system as per their role or requirement. Yes, ਹਰ ਇੱਕ ਯੂਜ਼ਰ ਨੂੰ ਅਲੱਗ-ਅਲੱਗ ਰੋਲ ਦਿੱਤੇ ਜਾਂਦੇ ਨੇ ਤੇ ਉਸ ਰੋਲ ਦੇ ਅਕੋਰਡਿੰਗ ਹੀ ਉਹ ਡਾਟਾਬੇਸ ਨੂੰ ਯੂਜ਼ ਕਰਦਾ ਹੈ। ਜਿਵੇਂ ਕਿ ਕਿਸੇ ਨੂੰ ਆਪਾਂ ਸਿਰਫ ਇਨਸਰਸ਼ਨ ਦੀ ਅਥਾਰਟੀ ਦਿੱਤੀ ਹੋਈ ਹੈ, ਇਨਸਰਸ਼ਨ ਦਾ ਰੋਲ ਹੈ, ਕਿਸੇ ਕੋਲ ਡਿਲੀਸ਼ਨ ਦਾ ਰੋਲ ਹੈ, ਕਿਸੇ ਕੋਲ ਅਪਡੇਸ਼ਨ ਦਾ ਰੋਲ ਹੈ। ਇਹ ਸਾਰੇ ਰੋਲਸ ਦੇ ਨਾਲ ਉਹ ਸਾਰੇ ਜਿੰਨੇ ਵੀ ਲੋਕ ਨੇ ਇਹ ਸਾਰੇ ਯੂਜ਼ਰਸ ਨੇ। In typical database system, we categorized user on basis of their role. We have 4 types of users which are discussed below: database designers, database administrator, application programmers, and users. ਹੁਣ ਇਹਨਾਂ ਆਪਾਂ ਨੂੰ ਪੜ੍ਹ ਲੈਂਦੇ ਆ। ਡਾਟਾਬੇਸ ਡਿਜ਼ਾਈਨਰਸ ਹੁੰਦੇ ਨੇ ਜੋ ਡਾਟਾਬੇਸ ਨੂੰ ਡਿਜ਼ਾਈਨ ਕਰਨ ਦੇ ਵਿੱਚ ਹੈਲਪ ਕਰਦੇ ਨੇ। ਆਪਾਂ ਪੰਜਾਬੀ ਸਿੰਪਲ ਲੈਂਗੁਏਜ ਇਸ ਨੂੰ ਸਮਝ ਲਿਆ, ਆਪਾਂ ਇਸ ਨੂੰ ਪੜ੍ਹਦੇ ਆ। ਡਾਟਾਬੇਸ ਡਿਜ਼ਾਈਨਰਸ ਆਰ ਪੀਪਲ who identify data to be stored in the database and choosing appropriate structure to represent and store the data. Database designer ਸਮਝ ਆਇਆ ਕਿ ਉਹ ਹੁੰਦੇ ਨੇ ਜੋ ਡਾਟਾ ਨੂੰ ਸਟੋਰ ਕਰਨ ਤੇ ਰੀਪ੍ਰੈਜ਼ੈਂਟ ਕਰਨ ਦੇ ਵਿੱਚ ਹੈਲਪਫੁਲ ਕਰਦੇ ਨੇ, ਜੋ ਸਹਾਇਤਾ ਕਰਦੇ ਨੇ, ਜੋ ਡਿਜ਼ਾਈਨ ਕਰਦੇ ਨੇ ਕਿਸ ਤਰੀਕੇ ਨਾਲ ਡਾਟਾ ਸਟੋਰ ਹੋਏਗਾ ਤੇ ਕਿਸ ਤਰੀਕੇ ਨਾਲ ਡਾਟਾ ਦਿਖੇਗਾ। ਹੁਣ ਹੁੰਦਾ ਡਾਟਾਬੇਸ ਐਡਮਿਨਿਸਟ੍ਰੇਟਰ, ਇਸ ਦਾ ਬਹੁਤ ਇੰਪੋਰਟੈਂਟ ਰੋਲ ਹੈ। DBA is responsible for authorizing access to the database, for coordinating and monitoring its use and acquiring software and hardware resources are needed. ਜਿਹੜੀ ਮੈਂ ਤੁਹਾਨੂੰ ਹੁਣੇ ਗੱਲ ਕਹੀ ਸੀਗੀ ਪਿੱਛੇ ਕਿ ਡਾਟਾਬੇਸ ਨੂੰ ਅਸੈਸ ਕਰਨ ਲਈ ਆਪਾਂ ਅਲੱਗ-ਅਲੱਗ ਰੋਲਸ ਪ੍ਰੋਵਾਈਡ ਕਰਦੇ ਹਾਂ, ਹੈ ਨਾ, ਕਿ ਲਾਈਕ ਕੋਈ ਇਨਸਰਸ਼ਨ ਕਰ ਰਿਹਾ ਹੈ, ਕੋਈ ਡਿਲੀਸ਼ਨ ਕਰ ਰਿਹਾ, ਕੋਈ ਅਪਡੇਸ਼ਨ ਕਰ ਰਿਹਾ, ਤੇ ਇਹ ਰੋਲਸ ਦੇਗਾ ਕੌਣ ਆਥੋਰਾਈਜ਼ ਕਰੇਗਾ? DBA, ਡਾਟਾਬੇਸ ਐਡਮਿਨਿਸਟ੍ਰੇਟਰ। Application programmers, they are responsible for developing application program for end users. ਇਸ ਦੇ ਵਿੱਚ ਆਪਾਂ ਸਾਰੀ development ਕਰਦੇ ਹਾਂ। The job of application programmers is to determine the end use requirements and develop specifications for application that meet the requirements. Users ਤੋਂ ਉਹਨਾਂ ਦੀ requirements ਲੈ ਕੇ ਕਿਤਨਾ ਤੁਹਾਨੂੰ platform provide ਕਰਨਾ, program develop ਕਰਨਾ। End users ਮਤਲਬ ਅਸੀਂ। End users are those people to whom the system is designed. These users are actually accessing the database from their terminals. The end users are classified on the basis of knowledge of database and extent of use. ਆਪਾਂ end user ਦੀ ਵੀ ਆਪਾਂ further classification ਕੀਤੀ ਹੋਈ ਹੈ ਉਹਨਾਂ ਦੇ knowledge ਦੇ base ਤੇ। Procedure ਜੋ ਆਪਣਾ 5th component ਸੀ, ਆਪਾਂ ਥੋੜਾ ਰਿਵਾਈਜ਼ ਕਰ ਲੈਣੇ ਆ। First component data, second software, third hardware, fourth user and fifth is the procedure. Procedure ਕਿਹੜੇ rules and regulations ਦੇ ਨਾਲ ਆਪਾਂ database ਨੂੰ use ਕਰਨਾ ਹੈ। Procedures refer to the instructions or rules that govern the design and use of the database. The users of the system and the staff,
that manages the database require documented procedure to use or run the system. ਜਦੋਂ ਵੀ ਆਪਾਂ ਕੋਈ ਸਿਸਟਮ ਨੂੰ ਆਪਾਂ ਯੂਜ਼ ਕਰਦੇ ਆ ਤਾਂ ਉਸ ਨੂੰ ਯੂਜ਼ ਕਰਨ ਦਾ ਤੁਹਾਨੂੰ ਇੱਕ ਪ੍ਰੋਸੀਜਰ ਹੁੰਦਾ, ਪ੍ਰੋਸੀਜਰ ਡਾਕੂਮੈਂਟਡ ਹੁੰਦਾ, ਡਾਕੂਮੈਂਟੇਸ਼ਨ ਮਤਲਬ ਰਿਟਨ 'ਚ ਹੁੰਦਾ। ਉਸ ਰਿਟਨ ਡਾਕੂਮੈਂਟਡ ਨੂੰ ਤੁਸੀਂ ਫੋਲੋ ਕਰਕੇ ਵੀ ਉਸ ਡਾਟਾਬੇਸ ਸਿਸਟਮ ਨੂੰ यूज़ कर सकते हो। मतलब जो यूज़र ने डाटाबेस ਨੂੰ यूज़ करना है ਤਾਂ ਇੱਕ ਪ੍ਰੋਸੀਜਰ ਹੋਏਗਾ ਤੇ ਉਹ ਪ੍ਰੋਸੀਜਰ ਡਾਕੂਮੈਂਟਡ ਹੋਏਗਾ। ਤੇ ਪ੍ਰੋਸੀਜਰ ਹੁੰਦੇ ਰੂਲਸ ਐਂਡ ਰੈਗੂਲੇਸ਼ਨਸ। The following are some instructions so that we can follow procedure systematically। ਕੀ ਹੈ ਜੋ ਆਪਾਂ ਨੂੰ ਸਟੈਪ ਬਾय ਸਟੈਪ ਰੂਲ ਦੱਸਦੇ ਆ। ਫਰਸਟ DBMS ਲੌਗਇਨ ਕਰੋ। ਸੈਕੰਡ start and stop the DBMS। third make backup copies of the database। handle hardware or software failures, change the structure of the table। procedures है। components देखो connected किद्दां हैगे ने सारे आपस दे विच। stored database है, अंदर अपने को database to access stored data DBMS आ गया, फिर अपने को application program आ गया, ऊपर अपने को सारे users आ गए, database designer, DBA, application programmers and end users। ठीक है, इस पिक्चर तो पता चल रहा है कि किद्दां सारे कंपोनेंट्स आपस दे विच कनेक्टेड ने। ਆਪਾਂ ਗੱਲ ਕਰਦੇ ਹਾਂ DBA ਇੱਕ ਸਿੰਗਲ DBA ਮਤਲਬ ਡਾਟਾਬੇਸ ਐਡਮਿਨਿਸਟ੍ਰੇਟਰ। ਬੇਸਿਕਲੀ ਇਸ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਨੂੰ ਮੈਨੇਜ ਕਰਨ ਦੀ। ਇਹ ਡਿਪੈਂਡ ਕਰਦਾ ਹੈ ਕਿ ਇਹ ਇੱਕ ਸਿੰਗਲ ਪਰਸਨ ਹੈ ਜਾਂ ਗਰੁੱਪ ਆਫ ਪੀਪਲ ਹੈ। ਠੀਕ ਹੈ, ਦ DBA ਇਜ਼ ਅ ਪਰਸਨ ਔਰ ਗਰੁੱਪ ਆਫ ਪਰਸਨਸ who control the right to access to the data। DBA is responsible for the implementing the database systems within an organization। DBA ਦੀ responsibility ਹੈ ਕਿ ਆਪਾਂ ਨੇ database system ਨੂੰ organization ਦੇ ਅੰਦਰ implement ਕਰਨਾ ਹੈ। implement ਕਰਨ ਤੋਂ ਬਾਅਦ ਅਸੀਂ ਲੋਕਾਂ ਨੂੰ authority ਦੇਣੀ ਹੈ ਕੌਣ ਕੀ ਕੰਮ ਕਰੇਗਾ। DBA maintain policies to softly and smoothly working। in short DBA ਦੀ ਹੀ ਸਾਰੀ responsibility ਹੈ ਕਿ ਜੋ database ਹੈ organization ਦੇ ਵੀ smoothly ਕੰਮ ਕਰੇ, ਕੋਈ hurdle ਜਾਂ ਕੋਈ problem ਨਾ ਆਏ। ਜੇ ਕੋਈ problem ਆਂਦੀ ਹੈ ਤਾਂ ਉਸ ਦੀ responsibility ਹੈ ਉਸ ਨੂੰ resolve ਕਰਨ ਦੀ। DBA ਹੁਣ ਮੈਂ ਗੱਲ ਦੱਸੀ ਸਿੰਗਲ ਪਰਸਨ ਵੀ ਹੋ ਸਕਦਾ ਹੈ, ਗਰੁੱਪ ਆਫ ਪਰਸਨਸ ਵੀ ਹੋ ਸਕਦੇ ਹਨ। database administrators job require a high degree of technical expertise। ਰਿਸਪੌਂਸਿਬਿਲਿਟੀਜ਼ ਜੋ ਆਪਾਂ ਹੁਣੇ ਗੱਲ ਕੀਤੀ ਹੈ। ਸਟੋਰੇਜ ਸਟਰਕਚਰ ਐਂਡ ਅਸੈਸ ਮੈਥਡ ਡੈਫੀਨੇਸ਼ਨ, ਕਿੱਦਾਂ ਆਪਾਂ ਸਟੋਰ ਕਰਨਾ ਹੈ, ਕਿੱਦਾਂ ਆਪਾਂ ਨੇ ਉਸ ਨੂੰ ਅਸੈਸ ਕਰਨਾ ਹੈ, ਕੀ ਆਪਾਂ ਅਥਾਰਟੀਜ਼ ਦੇਣੀਆਂ ਨੇ। ਇੰਸ਼ੋਰਿੰਗ ਅਵੇਲੇਬਿਲਿਟੀ ਆਫ ਡਾਟਾ, ਜੇ ਕੋਈ ਡਾਟਾ ਨਹੀਂ ਅਵੇਲੇਬਲ ਹੋ ਰਿਹਾ ਕਿਸੇ ਯੂਜ਼ਰ ਨੂੰ ਤਾਂ ਉਸ ਨੂੰ ਅਵੇਲੇਬਲ ਕਰਾਉਣਾ। ਇਹ ਡਿਸਾਈਡ ਕਰਨਾ ਵੀ ਕਦੋਂ ਬੈਕਅਪ ਕਰਨਾ ਹੈ, ਮਤਲਬ ਇੱਕ ਦਿਨ ਬਾਅਦ, ਹਫਤੇ ਬਾਅਦ ਕਦੋਂ ਬੈਕਅਪ ਰੱਖਣਾ ਹੈ। ਤੇ ਜੇ ਡਾਟਾ ਆਪਣਾ ਕੋਈ ਫੇਲੀਅਰ ਆ ਜਾਏ ਤੇ ਇਹ ਨਹੀਂ ਹੈ ਕਿ ਡਾਟਾਬੇਸ ਉੜ ਗਿਆ ਜੀ ਸਾਰਾ, ਉਹਨੂੰ ਰਿਕਵਰ ਕਿੱਦਾਂ ਕਰਨਾ ਹੈ, ਇਹ ਵੀ DBA ਦੀ ਹੀ ਰਿਸਪੌਂਸਿਬਿਲਿਟੀ ਹੈ। ਗ੍ਰਾਂਟਿੰਗ ਆਥੋਰਾਈਜੇਸ਼ਨ ਟੂ ਯੂਜ਼ਰਸ, ਜੇ ਮੈਂ ਤੁਹਾਨੂੰ ਹੁਣੀ ਦੱਸ ਚੁੱਕੀ ਹੈ ਕਿ ਕਿੱਦਾਂ ਅਥਾਰਟੀਜ਼ ਦੇਣੀ ਹੈ ਵੀ ਕਿਹੜਾ ਪਰਸਨ ਕਿਹੜਾ ਕੰਮ ਕਰੇਗਾ। ਰੂਟੀਨ ਦੀ ਮੇਨਟੇਨੈਂਸ ਆ ਜਾਂਦੀ ਹੈ ਤੇ ਹਾਰਡਵੇਅਰ ਤੇ ਸੌਫਟਵੇਅਰ ਨੂੰ ਇੰਸਟਾਲ ਕਰਨਾ, ਅਪਡੇਟ ਕਰਨਾ। ਆਪਾਂ ਹੁਣੀ ਇਹ ਗੱਲ ਕਹੀ ਹੈ ਕਿ DBA ਦੀ ਰਿਸਪੌਂਸਿਬਿਲਿਟੀ ਆਰਗੇਨਾਈਜੇਸ਼ਨਸ ਦੇ ਵਿੱਚ ਡਾਟਾਬੇਸ ਨੂੰ ਇੰਸਟਾਲ ਕਰਨਾ, ਮੇਨਟੇਨ ਕਰਨਾ ਸਾਰਾ। परमिशन टू असेस डाटा ਨੂੰ ਕਿੱਦਾਂ ਦੇਖਣਾ ਚਾਹੁੰਦੇ ਹੋ। ਮੋਨੀਟਰਿੰਗ ਦਾ ਪਰਫਾਰਮੈਂਸ, ਸਹੀ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ, ਤੇ ਜੇ ਕੋਈ ਲੋੜ ਪਏ ਤਾਂ ਇੰਪੋਰਟੈਂਟ ਡਿਸੀਜਨਸ ਲੈਣੇ। ਠੀਕ ਹੈ ਜੀ, ਥੈਂਕ ਯੂ ਸੋ ਮਚ। ਤਾਂ ਅੱਜ ਦੇ ਲੈਕਚਰਸ ਆਪਾਂ ਨੇ ਬੇਸਿਕਲੀ ਕੀ ਪੜ੍ਹਿਆ ਹੈ ਕਿ ਡਾਟਾਬੇਸ ਸਿਸਟਮ ਦੇ ਕੰਪੋਨੈਂਟਸ ਕੀ ਹੈਗੇ ਨੇ, ਆਪਸ 'ਚ ਕਿੱਦਾਂ ਕਨੈਕਟਡ ਨੇ, DBA ਕੀ ਹੁੰਦਾ ਤੇ ਉਹਨਾਂ ਦੀ ਰਿਸਪੌਂਸਿਬਿਲਿਟੀਜ਼ ਕੀ ਹੁੰਦੀਆਂ ਨੇ। ਆਈ ਹੋਪ ਤੁਹਾਨੂੰ ਲੈਕਚਰ ਸਮਝ ਆਇਆ ਹੋਏ। ਥੈਂਕ ਯੂ ਸੋ ਮਚ।